अस्सलाम वालेकुम काशकार भाईओ, एक मैसेज है कि साढ़े जिम्मेदार पुराने ਜਿਹੜੇ ਨੇ ਉਹਨਾਂ ਦੀ ਇੱਕ ਆਦਤ ਹੁੰਦੀ ਹੈ ਕਿ ਅਗਰ 1 ਏਕੜ ਦੀ ਦਵਾਈ ਲਈ ਹੈ ਨਾ ਤੇ ਉਹਦੇ ਵਿੱਚੋਂ ਥੋੜਾ ਜਿਹਾ ਬਚਾ ਲਿਆ ਜੇ। ਅਕਸਰ ਔਕਾਤ ਥੋੜਾ ਜਿਹਾ ਬਚਾ ਲਿਆ ਜੇ। ਇੱਕ ਸਾਈਕੀ ਹੁੰਦੀ ਹੈ ਕਿ ਬਾਅਦ ਵਿੱਚ ਕੰਮ ਆਵੇਗੀ ਦਵਾਈ। ਉਹ ਦਵਾਈਆਂ ਬਚਦੀਆਂ ਸਾਡੀਆਂ ਨਾ ਇੱਕ ਪੂਰਾ ਸਟੋਰ ਬਣ ਜਾਂਦਾ ਹੈ। ਜੇ ਸਭ ਪੂਰਾ ਸਟੋਰ ਬਣ ਜਾਂਦਾ ਹੈ ਤੇ ਉਹ ਫਿਰ ਜਾਂ ਤੇ ਕੋਈ ਉਹ ਨੁਕਸਾਨ ਹੁੰਦਾ ਹੈ ਔਰ ਜਾਂ ਫਿਰ ਇਹ ਹੁੰਦਾ ਕਿ ਉਹਦੇ ਵਿੱਚ ਨਾ ਬਾਅਦ ਵਿੱਚ ਕਹਿੰਦੇ ਨੇ ਯਾਰ ਉਹਨੇ ਨੂੰ ਇਸਤੇਮਾਲ ਕਰੀਏ ਔਰ ਉਹ ਐਕਸਪਾਇਰ ਹੋ ਚੁੱਕੀਆਂ ਹੁੰਦੀਆਂ ਨੇ। ਹੁਣ ਅਗਰ ਕੋਈ ਦਵਾਈ ਐਕਸਪਾਇਰ ਹੋ ਚੁੱਕੀ ਹੈ ਉਹ ਇਸਤੇਮਾਲ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਅਗਰ ਹੋ ਸਕਦੀ ਹੈ ਤਾਂ ਕਿਸ ਤਰੀਕੇ ਨਾਲ ਹੋ ਸਕਦੀ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਨੰਬਰ 1, ਅਗਰ ਕੋਈ ਪਾਊਡਰ ਦਵਾਈ ਹੈ, ਪਾਊਡਰ ਦਵਾਈ ਅਕਸਰ ਔਕਾਤ 6 ਮਹੀਨੇ ਸਾਲ ਬਾਅਦ ਡਲੀ ਬਣ ਜਾਂਦੀ ਹੈ। ਅਗਰ ਪੈਕਟ ਖੁੱਲ੍ਹਾ ਹੈ, ਅਗਰ ਤੇ ਪੈਕਟ ਖੁੱਲ੍ਹਾ ਹੈ ਔਰ ਡਲੀ ਬਣੀ ਹੋਈ ਹੈ ਦਵਾਈ ਤੇ ਫਿਰ ਉਹਨੂੰ ਹਰਗਿਜ਼ ਇਸਤੇਮਾਲ ਨਹੀਂ ਕਰਨਾ। ਅਗਰ ਪੈਕਟ ਬੰਦ ਹੈ ਔਰ ਪਾਊਡਰ ਹਾਲਤ ਦੇ ਵਿੱਚ ਉਹ ਵਿੱਚ ਮੌਜੂਦ ਹੈ ਦਵਾਈ ਤੇ ਉਹ ਐਕਸਪਾਇਰ ਹੈ ਤੇ ਕਹਿ ਲਓ ਕਿ ਅਗਰ ਆਮ ਤੌਰ ਤੇ 100% ਰਿਜ਼ਲਟ ਆਏਗਾ ਤੇ ਅਗਰ ਉਹਨੂੰ ਤੁਸੀਂ ਐਕਸਪਾਇਰ ਦਵਾਈ ਨੂੰ ਕਰੋਗੇ ਹੋ ਸਕਦਾ ਹੈ 70-80% ਰਿਜ਼ਲਟ ਆਵੇ। ਅਗਰ ਤੁਸੀਂ ਸਮਝਦੇ ਜੇ ਕਿ 70-80% ਰਿਜ਼ਲਟ ਨਾਲ ਮੇਰਾ ਕੰਮ ਹੁੰਦਾ ਹੈ, ਅਗਰ ਕੋਈ ਥੋੜਾ ਬਹੁਤ ਰਿਜ਼ਲਟ ਇਹਦਾ ਘੱਟ ਵੀ ਆਇਆ ਤੇ ਕੰਮ ਹੁੰਦਾ ਤੇ ਫਿਰ ਤੁਸੀਂ ਕਰ ਸਕਦੇ ਜੇ ਉਹਨੂੰ ਇਸਤੇਮਾਲ ਐਕਸਪਾਇਰ ਦਵਾਈ ਨੂੰ। ਲੇਕਿਨ ਇਹ ਤੇ ਹੋ ਗਈ ਪਾਊਡਰ ਦਵਾਈਆਂ ਦੀ ਗੱਲ। ਹੁਣ ਦੂਸਰੀ ਗੱਲ ਆ ਜਾਂਦੀ ਹੈ ਕਿ ਕਿਆ ਜਿਹੜੀਆਂ ਲਿਕੁਇਡ ਦਵਾਈਆਂ ਨੇ ਉਹ ਇਸਤੇਮਾਲ ਕਰ ਸਕਦੇ ਹਾਂ। ਅਗਰ ਤੇ ਪੈਕਟ ਖੁੱਲ੍ਹਾ ਹੈ, ਢੱਕਣ ਖੁੱਲ੍ਹਾ ਹੈ, ਸੀਲ ਖੁੱਲ੍ਹੀ ਹੈ ਤੇ ਫਿਰ ਬਿਲਕੁਲ ਉਹ ਇਸਤੇਮਾਲ ਨਾ ਕਰਿਆ ਜੀ। ਅਕਸਰ ਔਕਾਤ ਸਟ੍ਰੈਸ ਦੇਗੀ ਕਿਉਂਕਿ ਇਹਦੇ ਜ਼ਾਇਲਿਨ ਹੁੰਦੀ ਹੈ ਔਰ ਉਹ ਉੱਡ ਜਾਂਦੀ ਹੈ। ਯਾਨੀ ਕਿ ਪੈਟਰੋਲ ਤਰ੍ਹਾਂ ਹੁੰਦੀ, ਨੇਚਰ ਹੁੰਦੀ, ਉੱਡ ਜਾਂਦੀ ਹੈ, ਪਿੱਛੇ ਰਹਿ ਜਾਂਦੀ ਜ਼ਹਿਰ ਹੋ ਜਾਂਦੀ ਤੇਜ਼। ਉਹ ਜ਼ਹਿਰ ਤੇਜ਼ ਹੁੰਦੀ ਹੈ, ਸਟ੍ਰੈਸ ਕਰਦੀ। ਲਿਹਾਜ਼ਾ ਇਸ ਤਰ੍ਹਾਂ ਦੀ ਦਵਾਈ ਇਸਤੇਮਾਲ ਨਾ ਕਰੋ ਜਿੰਦਾ ਢੱਕਣ ਖੁੱਲ੍ਹਾ ਹੈ। ਅਗਰ ਦਵਾਈ ਬੰਦ ਹੈ, ਸੀਲ ਬੰਦ ਹੈ ਲੇਕਿਨ ਐਕਸਪਾਇਰ ਹੋ ਚੁੱਕੀ ਹੈ, ਫਿਰ ਉਹਦਾ ਤਰੀਕਾਕਾਰ ਇਹ ਹੈ ਕਿ ਅਗਰ ਤੁਸੀਂ ਇੱਕ ਮਿਸਾਲ ਹੈ ਪਹਿਲੇ ਤਾਂ ਇਹ ਕਨਫਰਮ ਕਰੋ ਕਿਸੇ ਕੋਲੋਂ ਕਿ ਵਾਕਈ ਇਹ ਦਵਾਈ ਇਸ ਮਸਲੇ ਵਾਸਤੇ ਹੈ। ਕਈ ਦਫਾ ਗਲਤੀਆਂ ਹੋਈਆਂ ਨੇ, ਲੋਕਾਂ ਨੇ ਗਲਾਈਫੋਸੇਟ ਗੰਦਮ ਤੇ ਕਰ ਦਿੱਤੇ ਨੇ, ਲੋਕਾਂ ਨੇ ਗਲਾਈਫੋਸੇਟ ਇੱਧਰ ਕਰ ਦਿੱਤੇ ਨੇ, ਉੱਧਰ ਬਹੁਤ ਬੜੀਆਂ ਮਿਸਟੇਕਸ ਹੁੰਦੀਆਂ ਨੇ ਔਰ ਨੁਕਸਾਨ ਹੁੰਦਾ ਹੈ। ਉਹਦੇ ਨਾਲ ਬਿਹਤਰ ਇਹ ਹੈ ਕਿ ਤੁਸੀਂ ਇੱਕ ਤਾਂ ਮੈਸੇਜ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ ਕਿ ਜਿਹੜੀ ਦਵਾਈ ਇਸਤੇਮਾਲ ਕਰ ਰਹੇ ਜੇ ਉਹ ਲਾਜ਼ਮੀ ਪੁੱਛੋ ਇਸ ਮਕਸਦ ਵਾਸਤੇ ਹੈ। ਅਗਰ ਐਕਸਪਾਇਰ ਹੈ ਔਰ ਤੁਸੀਂ ਕਹਿੰਦੇ ਜੀ ਕਿ ਮੇਰਾ ਪੈਸਾ ਜ਼ਾਇਆ ਨਾ ਹੋਵੇ ਤੇ ਫਿਰ ਉਹਦਾ 100 ਦੇ ਵਿੱਚੋਂ ਅਗਰ ਆਮ ਤੌਰ ਤੇ 100% ਰਿਜ਼ਲਟ ਹੈ ਤੇ ਹੋ ਸਕਦਾ 50 ਤੋਂ 60% ਰਿਜ਼ਲਟ ਹੁੰਦਾ ਆ ਜਾਵੇ ਲੇਕਿਨ ਪੂਰਾ ਰਿਜ਼ਲਟ ਹੁੰਦਾ ਨਹੀਂ ਆਏਗਾ। ਲੇਕਿਨ ਅਗਰ ਦਵਾਈ ਬੰਦ ਹੈ, ਸੀਲ ਬੰਦ ਹੈ ਔਰ ਐਕਸਪਾਇਰ ਹੋ ਚੁੱਕੀ ਹੈ ਤੇ ਉਹ ਨੁਕਸਾਨ ਨਹੀਂ ਕਰੇਗੀ। ਲੇਕਿਨ ਅਗਰ ਪੈਕਟ ਖੁੱਲ੍ਹਾ ਹੈ, ਚਾਹੇ ਪਾਊਡਰ ਹੈ ਖੁੱਲ੍ਹਾ ਹੈ, ਚਾਹੇ ਲਿਕੁਇਡ ਵਿੱਚ ਖੁੱਲ੍ਹਾ ਹੈ ਤਾਂ ਨੁਕਸਾਨ ਕਰਨ ਦੇ ਚਾਂਸਿਸ ਹੁੰਦੇ ਜ਼ਿਆਦਾ ਨੇ। ਫੁੱਟੀ ਵੀ ਬਣ ਸਕਦੀ ਹੈ। ਜਿਹੜੀ ਦਵਾਈ ਹੱਲ ਕਰਨ ਵਕਤ ਫੁੱਟੀ ਬਣ ਜਾਵੇ ਉਹ ਬਿਲਕੁਲ ਨਹੀਂ ਇਸਤੇਮਾਲ ਕਰਨੀ। NPK ਜਿਹੜਾ ਹੈ ਆਮ ਤੌਰ ਤੇ NPK ਇਹ ਅਗਰ ਪਿਆ ਰਵੇ ਔਰ ਥੋੜੀ ਲੋ ਕੁਆਲਿਟੀ ਦਾ ਹੋਵੇ ਤੇ ਫਿਰ ਇਹ ਪਾਣੀ ਬਣ ਜਾਂਦਾ, ਉਹ ਵੀ ਨਹੀਂ ਇਸਤੇਮਾਲ ਕਰਨਾ। ਇਸ ਤਰੀਕੇ ਨਾਲ ਦੀਗਰ ਦਵਾਈਆਂ ਨੇ। ਲਿਹਾਜ਼ਾ ਸਭ ਤੋਂ ਬਿਹਤਰੀਨ ਹੈ ਕਿ ਪੁੱਛ ਲਿਆ ਕਰੋ। ਔਰ ਇਹਦੇ ਤੋਂ ਵੀ ਹਿਫਾਜ਼ਤੀ ਨੁਕਤਾ ਨਜ਼ਰ ਨਾਲ ਮੈਂ ਕਹਾਂ, ਅਗਰ 1 ਏਕੜ ਦੀ ਦਵਾਈ ਆਈ ਹੈ ਤੇ ਲਾਜ਼ਮੀ 1 ਏਕੜ ਤੇ ਹੀ ਇਸਤੇਮਾਲ ਕਰੋ, ਉਹਨੂੰ 2 ਜਾਂ 1.5 ਏਕੜ ਤੇ ਨਾ ਲੈ ਜਾਓ। ਨਹਿਰੀ ਪਾਣੀ ਇਸਤੇਮਾਲ ਨਾ ਕਰੋ। ਮਿੱਟੀ ਜਿਹੜੀ ਹੁੰਦੀ ਹੈ ਉਹ ਜ਼ਹਿਰ ਦਾ ਪਾਣੀ ਨਿਲ ਕਰ ਦਿੰਦੀ ਹੈ। ਟੂਵਲ ਦਾ ਪਾਣੀ ਹੋਵੇ, ਬੇਸ਼ੱਕ ਖੜਾ ਹੋਵੇ ਖਾਲੇ ਦੇ ਵਿੱਚ ਥੋੜਾ ਜਿਹਾ ਸਾਫ਼ ਪਾਣੀ ਨਤਾਰਿਆ ਹੋਇਆ ਤੇ ਉਹ ਇਸਤੇਮਾਲ ਕਰ ਲਓ ਤੇ ਉਹਦੇ ਹਰਜ ਕੋਈ ਨਹੀਂ। ਲੇਕਿਨ ਮਿੱਟੀ ਜਿਹੜੀ ਹੁੰਦੀ ਹੈ ਉਹ ਜ਼ਾਇਲ ਕਰਦੀ ਹੈ ਅਸਰ ਨੂੰ। ਫਿਰ ਤੁਸੀਂ ਲਾਜ਼ਮੀ ਕੋਸ਼ਿਸ਼ ਕਰੋ ਕਿ ਦਵਾਈ ਬਚਾਉਣ ਦੀ ਕੋਈ ਕੋਸ਼ਿਸ਼ ਨਾ ਕਰੋ। ਇਹ ਮਹਿੰਗੀ ਦਵਾਈ ਹੁੰਦੀ ਹੈ, ਹਰ ਦਫਾ ਕੈਮਿਸਟਰੀ ਚੇਂਜ ਹੋ ਜਾਓ। ਪੂਰੀ ਡੋਜ਼ ਕਰੋ, ਜਿਹੜੀ ਡੋਜ਼ ਦੱਸੀ ਗਈ ਹੈ ਫੀ ਏਕੜ ਉਹ ਪੂਰੀ ਡੋਜ਼ ਕਰੋਗੇ, ਉਹਦੇ ਨਾਲ ਫਾਇਦਾ ਹੋਏਗਾ। ਔਰ ਥੋੜੀ ਬਹੁਤ ਬਚਾਉਣ ਨਾਲ ਦਵਾਈ ਫਿਰ ਉਹ ਰੱਖੋਗੇ, ਫਿਰ ਖੁਦਾ ਨਾ ਖਾਸਤਾ ਕਿਸੇ ਮੁਲਾਜ਼ਮ ਨੇ ਚੁੱਕੀ, ਉਹਨੂੰ ਸਮਝ ਨਹੀਂ ਆਇਆ ਸੀ, ਉਹਨੇ ਗਲਤ ਫਸਲ ਤੇ ਕਰ ਦਿੱਤੀ ਔਰ ਫਸਲ ਦਾ ਨੁਕਸਾਨ ਹੋ ਗਿਆ। ਜਾਂ ਹੋਰ ਵੀ ਦੀਗਰ ਵਾਕਿਆਤ ਹੁੰਦੇ ਨੇ ਉਹਦੇ ਵਿੱਚ, ਕਿਉਂਕਿ ਜ਼ਹਿਰ ਹੈ ਤੇ ਇਹਦੇ ਵਿੱਚ ਇਹਤਿਆਤ ਲਾਜ਼ਮੀ ਕਰੋ ਜੀ। अस्सलाम वालेकुम।